ਪੰਜਾਬ ਦੀ ਕਿਸਾਨੀ ਨੂੰ ਲੈ ਕੇ ਇਸ ਵੇਲੇ ਜਿਹੜਾ ਸੰਘਰਸ਼ ਚੱਲ ਰਿਹਾ ਉਹ ਪੂਰੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਕਿਸਾਨ ਵਸਦੇ ਨੇ ਉਹ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਜਿਹੜਾ ਰੋਸ ਆਪਣਾ ਦਰਜ ਕਰਵਾ ਰਹੇ ਨੇ। ਭਾਵੇਂ ਤਰੀਕੇ ਉਹਨਾਂ ਦੇ ਵੱਖ-ਵੱਖ ਨੇ, ਕੋਈ ਸੜਕਾਂ ਜਾਮ ਕਰਕੇ, ਕੋਈ ਰੇਲਵੇ ਟਰੈਕ ਜਾਮ ਕਰਕੇ, ਕੋਈ ਟੋਲ ਪਲਾਜ਼ੇ ਜਾਮ ਕਰਕੇ, ਜਾਂ ਕੋਈ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜਾ ਰੋਸ ਆਪਣਾ ਉਹ ਦਰਜ ਕਰਵਾ ਰਹੇ ਨੇ ਸਰਕਾਰ ਦੇ ਖਿਲਾਫ। ਪਰ ਸਰਕਾਰ ਨੇ ਕਿਸੇ ਵੀ ਚੀਜ਼ ਦਾ ਰੋਸ ਜਿਹੜਾ ਵਾ ਉਹ ਨਹੀਂ ਮੰਨਿਆ ਅਤੇ ਜਿਹੜਾ ਆਰਡੀਨੈਂਸ ਵਾ ਉਹਨੂੰ ਇੱਕ ਵਾਰੀ ਟ੍ਰਾਇਲ ਦੇ ਉੱਤੇ ਸ਼ੁਰੂ ਕਰ ਦਿੱਤਾ। ਹੁਣ 6 ਮਹੀਨੇ ਬਾਅਦ ਅੱਗੇ ਕੀ ਬਣੇਗਾ ਉਹ ਭਵਿੱਖ ਦੀ ਗੱਲ ਆ। ਇਸੇ ਸਾਰੇ ਮੁੱਦੇ 'ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਨੌਜਵਾਨ ਸਿੱਖ ਆਗੂ ਭਾਈ ਹਰਪਾਲ ਸਿੰਘ ਜੀ ਮੱਖੂ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸੰਘਰਸ਼ ਚੱਲ ਰਿਹਾ, ਬਹੁਤ ਵੱਡੇ ਪੱਧਰ 'ਤੇ ਸੰਘਰਸ਼ ਚੱਲ ਰਿਹਾ ਵਾ ਇਸ ਵਕਤ। ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਅੱਜ ਮੱਖੂ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਫਿਰ ਕਿਸਾਨ ਬੈਠੇ ਸਨ। ਸੰਘਰਸ਼ ਤਾਂ ਠੀਕ ਆ ਚੱਲ ਰਿਹਾ, ਪਰ ਬਿੱਲ ਵੀ ਪਾਸ ਹੋ ਗਿਆ, ਮੋਦੀ ਸਾਹਿਬ ਨੇ ਬਿੱਲ ਵੀ ਪਾਸ ਕਰ ਦਿੱਤਾ, ਸੈਂਟਰ ਨੇ, ਸਾਰਾ ਕੁਛ ਚੱਲ ਰਿਹਾ। ਤੁਹਾਨੂੰ ਕੀ ਲੱਗਦਾ ਵਾ ਕਿ ਇਹ ਸੰਘਰਸ਼, ਕਿਉਂਕਿ ਹੁਣ ਲੱਗਦਾ ਵਾ ਸੰਘਰਸ਼ ਲੰਮਾ ਚਲਾਉਣਾ ਪਊਗਾ, ਤੁਹਾਨੂੰ ਕੀ ਲੱਗਦਾ ਕਿ ਸੰਘਰਸ਼ ਲੰਮਾ ਚੱਲੂਗਾ ਜਾਂ ਕੋਈ ਸੰਘਰਸ਼ ਦੇ ਵਿੱਚ ਕੋਈ ਖਰੋਤ ਆ ਸਕਦੀ ਆ? ਦੇਖੋ ਜੀ, ਸੰਘਰਸ਼ ਵਿੱਢੇ ਉਦੋਂ ਜਾਂਦਾ ਜਦੋਂ ਸਿਸਟਮ ਦੇ ਵਿੱਚ ਗਿਰਾਵਟ ਆਉਂਦੀ ਹੈ। ਬੜੀਆਂ ਲਹਿਰਾਂ ਚੱਲੀਆਂ, ਬੜੇ ਮੋਰਚੇ ਲੱਗੇ, ਬੜੇ ਸੰਘਰਸ਼। ਇਹਨਾਂ ਦੀ ਲੋੜ ਉਦੋਂ ਪੈਂਦੀ ਹੈ ਵੀ ਜਦੋਂ ਕਿਸੇ ਚੀਜ਼ 'ਚ ਗਿਰਾਵਟ ਆਉਂਦੀ ਹੈ। ਬਿਲਕੁਲ। ਜਿਵੇਂ ਤੁਸੀਂ ਕਹਿ ਦਿੱਤਾ ਵੀ ਲੋਕ ਸਭਾ ਦੇ ਵਿੱਚ ਇਹ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਪਾਸ ਹੋ ਗਿਆ, ਰਾਸ਼ਟਰਪਤੀ ਨੇ ਵੀ ਸਿਗਨੇਚਰ ਦੇ ਦਿੱਤੇ। ਉਹਨਾਂ ਵੱਲੋਂ ਇਹ ਬਿੱਲ ਪਾਸ ਆ ਜੀ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਬਿਲਕੁਲ ਪਾਸ ਹੈ। ਬਿਲਕੁਲ। ਪਰ ਚਾਹੀਦਾ ਤਾਂ ਇਹ ਸੀ ਨਾ ਕਿ ਇਹ ਆਪਾਂ ਕਹਿ ਰਹੇ ਕਿਸਾਨ ਵਿਰੋਧੀ ਹੈ, ਉਹ ਕਹਿੰਦੇ ਨੇ ਕਿਸਾਨਾਂ ਦੇ ਹਿੱਤਾਂ ਦੇ ਲਈ ਹੈ। ਬਿਲਕੁਲ। ਵੀ ਜੇ ਕਿਸਾਨਾਂ ਦੇ ਹਿੱਤਾਂ ਦੇ ਲਈ ਸੀ ਤੇ ਫਿਰ ਕਿਸਾਨਾਂ ਦੀ ਰਾਏ ਕਿਉਂ ਨਹੀਂ ਲਈ ਗਈ? ਪਹਿਲਾ ਫਰਜ਼ ਸਰਕਾਰ ਦਾ ਇਹ ਬਣਦਾ ਸੀ ਵੀ ਜੇ ਸਰਕਾਰ ਇਹਨੂੰ ਬਿੱਲ ਨੂੰ ਪਾਸ ਕਰਨਾ ਚਾਹੁੰਦੀ ਸੀ ਤੇ ਕਿਸਾਨ ਬੁੱਧੀਜੀਵੀਆਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ, ਗੋਸ਼ਟੀ ਹੁੰਦੀ, ਡਿਬੇਟ ਹੁੰਦੀ, ਨਹੀਂ ਹੋਈ। ਪਰ ਉਹ ਹੋਈ ਨਹੀਂ। ਕਿਸੇ ਨੈਸ਼ਨਲ ਮੀਡੀਆ 'ਤੇ ਹੁੰਦੀ, ਕਿਸੇ ਨਾ ਕਿਸੇ ਤਰੀਕੇ ਨਾਲ ਹੁੰਦੀ ਵੀ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਨਹੀਂ, ਵੀ ਇਹਨਾਂ ਨੇ ਕਿਸਾਨਾਂ ਦੀ ਰਾਏ ਲਈ ਏ, ਵੀ ਕੁਝ ਬਿੱਲ ਦੇ ਵਿੱਚ ਸੋਧਾਂ ਦੀ ਲੋੜ ਸੀ, ਉਹ ਸਾਡੇ ਕਿਸਾਨ ਵੀਰਾਂ ਨੇ ਸੋਧਾਂ ਕਰਵਾਤੀਆਂ। ਬਿਲਕੁਲ। ਪਰ ਵੇਖੋ, ਮੈਂ ਤਾਂ ਹੈਰਾਨ ਆ ਵੀ ਬਿੱਲ ਬਣਾਉਣ ਵਾਲੇ ਵੀ ਉਹ ਵੀ ਕਿਸਾਨ ਨਹੀਂ, ਬਿੱਲ ਪਾਸ ਕਰਨ ਵਾਲੇ ਉਹਨਾਂ ਦਾ ਕਿਸਾਨੀ ਖਿੱਤੇ ਨਾਲ ਸੰਬੰਧ ਹੀ ਨਹੀਂ। ਅਤੇ ਵਿਦਰੋਹ ਉੱਥੇ ਹੋ ਰਿਹਾ ਹੈ, ਬਗਾਵਤ ਉੱਥੇ ਉੱਠੀ ਹੈ ਜਿਹੜੇ ਖੇਤੀ ਪ੍ਰਧਾਨ ਸੂਬੇ ਨੇ, ਜਿੱਥੇ ਮੰਡੀਕਰਨ ਸੀ। ਵੇਖੋ, ਸਰਕਾਰਾਂ ਨੇ ਤਾਂ ਪਹਿਲਾਂ ਕਿਸਾਨ ਦੀ ਫਸਲ 2 ਤੇ ਫਸਲਾਂ ਨੇ ਜਿਹਦਾ ਮੁੱਲ ਹੈ। ਬਾਕੀ ਕਿਹੜੀ ਫਸਲ ਦਾ ਮੁੱਲ ਵੇਖੋ, ਸਾਡੇ ਸਾਰੀਆਂ ਫਸਲਾਂ ਹੁੰਦੀਆਂ ਨੇ, ਸਾਡੇ ਜ਼ਿਮੀਂਦਾਰ ਜਿੰਨੀ ਸਬਜ਼ੀ ਆਉਂਦੀ ਕਿੱਥੋਂ ਆ ਰਹੀ ਹੈ? ਸਾਡੇ ਖੇਤਾਂ 'ਚੋਂ ਆ ਰਹੀ ਹੈ ਨਾ। ਹੁਣ ਵੇਖੋ, ਮਿਰਚ ਅਸੀਂ ਬੀਜਦੇ ਹਾਂ, 6 ਮਹੀਨੇ ਤਿਆਰ ਹੁੰਦੀ ਹੈ, ਅਸੀਂ ਮੰਡੀ 'ਚ ਵੇਚਦੇ 6 ਰੁਪਈਏ, ਦੁਕਾਨ 'ਤੇ ਜਾਂਦੇ ਹਾਂ ਵਪਾਰੀ ਦੇ ਹੱਥ ਆਈ ਉਹ 60 ਰੁਪਈਏ, ਅਸੀਂ ਦੁਕਾਨ ਤੋਂ 60 ਰੁਪਈਏ ਲੈ ਕੇ ਆ ਰਹੇ ਹਾਂ। ਸਾਡਾ ਵੀਰ ਹੀ ਵੇਚ ਕੇ ਗਿਆ 6 ਰੁਪਈਏ, ਕਿਸਾਨ ਵੀਰ, ਅਤੇ ਅਸੀਂ ਦੁਕਾਨ 'ਚੋਂ ਲੈ ਕੇ ਆਏ ਹਾਂ ਅਤੇ 60 ਰੁਪਈਆਂ ਦੀ। ਉਹਨਾਂ ਨੂੰ ਕਈ ਵਾਰ ਸੁੱਟਣੀਆਂ ਵੀ ਪੈਂਦੀਆਂ ਫਸਲਾਂ ਆਪਣੀਆਂ। ਬਿਲਕੁਲ ਜੀ। ਆਲੂ ਜਦੋਂ ਕੋਈ ਭਾਅ ਨਹੀਂ, ਵੇਖੋ ਜੀ, ਉਹਨਾਂ ਨੂੰ ਤੜਾਈ ਵੀ ਪੱਲਿਓਂ ਪੈਂਦੀ ਏ, ਬਿਜਾਈ ਪੱਲਿਓਂ ਪੈਂਦੀ ਏ, ਉੱਤੇ ਬੇਅੰਤ ਪ੍ਰਕਾਰ ਦੀਆਂ ਖਾਦਾਂ ਸਪਰੇਆਂ ਪਾਉਣੀਆਂ ਪੈਂਦੀਆਂ, ਰਸਾਇਣਿਕ ਪਦਾਰਥ। ਬਿਲਕੁਲ। ਬੜਾ ਜ਼ਿਆਦਾ ਖਰਚਾ ਆ ਜਾਂਦਾ। ਜਦੋਂ ਉਹਨਾਂ ਭਾਅ ਮਿਲਦਾ ਨਹੀਂ, ਉਹ ਦੁਖੀ ਹੋ ਕੇ ਸੜਕ 'ਤੇ ਸੁੱਟ ਦਿੰਦੇ। ਸੜਕ ਵਾਲੇ ਜਿੱਥੇ ਪਿੰਡ 'ਚ ਸੁੱਟੇ ਜਾਂਦੇ ਨੇ, ਉਹ ਵੀ ਲੋਕ ਗਾਲਾਂ ਕੱਢਦੇ ਨੇ ਵੀ ਉਹ ਕਈ ਦਿਨ ਤੱਕ ਤੁਹਾਨੂੰ ਪਤਾ ਉਹਦੀ ਬਦਬੂ ਆਉਂਦੀ ਰਹਿੰਦੀ ਹੈ। ਬਿਲਕੁਲ। ਅਤੇ ਹੁਣ ਜ਼ਿਮੀਂਦਾਰ ਕਰੇ ਕੀ? ਉਹ ਤਾਂ ਵਿਚਾਰਾ ਫਸਲ ਦਾ ਭਾਅ ਨਾ ਹੋਣ ਕਰਕੇ ਅੱਤ ਦਰਜੇ ਦਾ ਕਰਜ਼ਾਈ ਹੋ ਜਾਂਦਾ ਹੈ, ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਤਾਂ ਸਰਕਾਰਾਂ ਦਾ ਫਰਜ਼ ਬਣਦਾ ਸੀ ਵੀ ਜਿਹੜਾ ਅੰਨਦਾਤਾ ਦੁਨੀਆ ਦਾ ਪੇਟ ਪਾਲ ਰਿਹਾ ਹੈ। ਹੁਣ ਲੋਕਡਾਊਨ ਦੇ ਦੌਰਾਨ, ਕੋਵਿਡ-19 ਤੋਂ ਦੌਰਾਨ ਤੁਸੀਂ ਵੇਖਿਆ ਵੀ ਪੰਜਾਬ ਦੇ ਵਿੱਚੋਂ ਮਾਲ ਗੱਡੀਆਂ ਅੰਨ ਦੇ ਨਾਲ ਭਰ ਕੇ ਹਰੇਕ ਰਾਜ ਦੇ ਵਿੱਚ ਗਈਆਂ, ਹਰੇਕ ਸਟੇਟ ਦੇ ਵਿੱਚ ਗਈਆਂ। ਬਿਲਕੁਲ ਬਿਲਕੁਲ। ਅਤੇ ਉਹਦਾ ਸਿਲਾ ਇਹਨਾਂ ਨੇ, ਉਹ ਸਨਮਾਨ, ਉਹ ਇੱਜ਼ਤ ਇਹਨਾਂ ਨੂੰ ਦਿੱਤੀ ਵੀ ਉਹ ਇਹੋ ਜਿਹੇ 3 ਆਰਡੀਨੈਂਸ ਉਹਦੇ ਵਿਰੁੱਧ, ਕਿਸਾਨਾਂ ਦੇ ਵਿਰੁੱਧ। ਵੈਸੇ ਤਾਂ ਇਹ ਕਿਸਾਨ ਵਿਰੋਧੀ ਨਹੀਂ ਬਿੱਲ, ਇਹ ਹਰੇਕ ਵਰਗ ਵਿਰੋਧੀ ਹੈ। ਜੇ ਕਿਸਾਨ ਖੁਸ਼ਹਾਲ, ਵੇਖੋ ਕਿਸਾਨ ਖੁਸ਼ਹਾਲ ਹੈ ਅਤੇ ਵਪਾਰੀ ਖੁਸ਼ਹਾਲ ਹੈ, ਕਿਉਂਕਿ ਕਿਸਾਨ ਦੇ ਖਿੱਤੇ ਦੇ ਨਾਲ ਸਾਰਿਆਂ ਦਾ ਸੰਬੰਧ ਹੈ, ਮਜ਼ਦੂਰ ਦਾ ਵੀ ਸੰਬੰਧ ਹੈ, ਛੋਟੇ ਵਪਾਰੀਆਂ ਦਾ ਸੰਬੰਧ ਹੈ, ਦੁਕਾਨਦਾਰਾਂ ਦਾ ਵੀ ਸੰਬੰਧ ਹੈ। ਮੈਂ ਕਹਿੰਦਾ ਬਿਲਕੁਲ ਜੀ, ਇਹ ਵਰਗ ਵਿਰੋਧੀ ਬਿੱਲ ਕਹਿ ਸਕਦੇ ਹਾਂ, ਕਿਸਾਨ ਵਿਰੋਧੀ ਨਹੀਂ। ਕਿਉਂਕਿ ਛੋਟੇ ਵਪਾਰੀ, ਛੋਟੇ ਦੁਕਾਨਦਾਰ, ਜਿਤਨੇ ਵੀ, ਮੈਂ ਕਹਿੰਦਾ ਵੀ ਮਜ਼ਦੂਰ ਵਰਗ, ਕਿਸਾਨ ਖੇਤੀ ਤਾਂ ਚਲੋ ਕਰਦਾ ਹੀ ਕਰਦਾ ਹੈ, ਬਾਕੀ ਜਿੰਨੇ ਵੀ ਉਹਦੇ ਇਰਦ ਗਿਰਦ ਸਮਾਜ ਜਿਹੜਾ ਸਿਰਜਿਆ ਹੋਇਆ ਸਾਰਾ ਉਹਦੀ ਬਦੌਲਤ ਖੜਾ ਹੈ। ਅਤੇ ਜੇ ਉਹ ਹੀ ਡਿੱਗ ਜਾਏਗਾ ਤਾਂ ਦੂਜੇ ਕਿਵੇਂ ਖੜੇ ਰਹਿਣਗੇ? ਹੁਣ ਜੇ ਮਕਾਨ ਇੱਕ ਬੀਮ ਹੈ, ਕੰਧਾਂ ਹੀ ਉਹਦੇ ਥੱਲੋਂ ਕੱਢ ਦਿੱਤੀਆਂ ਜਾਂ ਤਾਂ ਲੈਂਟਰ ਮਕਾਨ ਕਿੰਨੀ ਦੇਰ ਖੜਾ ਰਹੇਗਾ? ਇਹ ਵਰਗ ਵਿਰੋਧੀ ਹੈ। ਸਰਕਾਰ ਦਾ ਫਰਜ਼ ਬਣਦਾ ਸੀ ਵੀ ਕਿਸਾਨਾਂ ਦਾ, ਜੇ ਕਿਸਾਨਾਂ ਦੇ ਹਿੱਤ ਦੀ ਉਹ ਗੱਲ ਕਰਦੇ ਨੇ ਤਾਂ ਕਿਸਾਨਾਂ ਦੀ ਰਾਏ ਲਈ ਜਾਂਦੀ। ਅਜੇ ਵੀ ਜੇ ਇਹ ਬਿੱਲ ਪਾਸ ਹੋਇਆ, ਵੇਖੋ ਬਿੱਲਾਂ ਦੇ ਵਿੱਚ ਸੋਧਾਂ ਹੁੰਦੀਆਂ ਆਈਆਂ ਨੇ,
ਬਿੱਲ ਬਣੇ ਵੀ ਨੇ, ਬਿੱਲ ਭੰਗ ਵੀ ਹੋਏ ਨੇ। ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਇਹਨਾਂ ਨੇ ਕਾਨੂੰਨ ਜੰਮੂ ਕਸ਼ਮੀਰ ਤੋੜਿਆ ਨਹੀਂ, ਜਿਹੜੀ ਧਾਰਾ ਲੱਗੀ ਹੈ ਟੁੱਟੀ ਨਹੀਂ, ਬਿਲਕੁਲ ਬਾਬਰੀ ਮਸਜਿਦ ਟੁੱਟੀ ਨਹੀਂ, ਬੇਅੰਤ ਚੀਜ਼ਾਂ ਇਹਨਾਂ ਨੇ ਤੋੜੀਆਂ ਨੇ। ਤੇ ਜੇ ਇਹਦੇ 'ਚ ਜੇ ਕਿਸਾਨਾਂ ਇਹਨਾਂ ਨੂੰ ਲੱਗਦਾ ਵੀ ਜੇ ਕਿਸਾਨ ਹੀ ਵਿਦਰੋਹ ਕਰ ਰਹੇ ਨੇ, ਇਹ ਕਹਿ ਰਹੇ ਨੇ ਕਿਸਾਨ ਦੇ ਹਿੱਤਾਂ ਵਿੱਚ ਹਰੇਕ ਸਟੇਟ ਦਾ ਕਿਸਾਨ ਇਸ ਚੀਜ਼ ਦੀ ਬਗਾਵਤ ਕਰ ਰਿਹਾ, ਵਿਦਰੋਹ ਕਰ ਰਿਹਾ, ਸੰਘਰਸ਼ ਕਰ ਰਿਹਾ ਹੈ, ਤੇ ਸਰਕਾਰ ਨੂੰ ਇਹਦੇ ਬਾਰੇ ਵੀ ਸੋਚਣਾ ਪਏਗਾ। ਤੇ ਦੂਜੀ ਗੱਲ ਤੁਸੀਂ ਕੀਤੀ ਸੀ ਵੀ ਲੰਮਾ ਚੱਲੇਗਾ, ਵੇਖੋ ਜੀ ਇਹ ਤੇ ਲੰਮਾ ਹੀ ਚੱਲੇਗਾ, ਕਿਉਂਕਿ ਉਹ ਜੇ ਅੱਜ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਹੋਇਆ ਹੈ ਤੇ ਸਭ ਤੋਂ ਵੱਡਾ ਕਾਰਨ ਸੀ ਬਹੁਮਤ, ਮੈਜੋਰਟੀ। ਬਿਲਕੁਲ ਜੇ ਰਾਜ ਸਭਾ ਦੇ ਵਿੱਚ ਪਾਸ ਹੋਇਆ ਤੇ ਉੱਥੇ ਮੈਜੋਰਟੀ, ਰਾਸ਼ਟਰਪਤੀ ਉਹਨਾਂ ਦਾ ਆਪਦਾ ਸੀ, ਬਿਲਕੁਲ ਕਿਉਂਕਿ ਜਿਹੜਾ ਉਹਨਾਂ ਦਾ ਬਣਾਇਆ ਤੇ ਉਹ ਤੇ ਉਹਨਾਂ ਦੀ ਬੋਲੀ ਬੋਲੇਗਾ ਨਾ। ਤੋਤਾ ਜਿਹਦੀ ਚੂਰੀ ਖਾਏਗਾ ਬੋਲੀ ਤੇ ਉਹਦੀ ਬੋਲੇਗਾ ਨਾ, ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਰਾਸ਼ਟਰਪਤੀ ਉਹਨਾਂ ਨੇ ਬਣਾਇਆ, ਉਹ ਸਾਡੀ ਬੋਲੀ ਕਿਵੇਂ ਬੋਲੇ? ਸਹੀ। ਉਹਨੇ ਵੀ ਬਿੱਲ ਪਾਸ ਕਰਤਾ, ਸਿਗਨੇਚਰ ਦੇ ਦਿੱਤੇ। ਠੀਕ। ਹੁਣ ਗੱਲ ਇਹ ਆ ਵੀ ਜਿੰਨੀ ਦੇਰ ਸਾਡੀ ਮੈਜੋਰਟੀ ਨਹੀਂ ਹੁੰਦੀ, ਸਵਾਲ ਇੱਥੇ ਖੜਾ ਹੈ ਵੀ ਲੋਕ ਸਭਾ ਸਾਡੇ ਵਾਸਤੇ ਇੱਕ ਐਗਜ਼ਾਮਪਲ ਸੀ ਵੀ ਜੇ ਉਹਨਾਂ ਕੋਲ ਮੈਜੋਰਟੀ ਸੀ, ਬਿੱਲ ਪਾਸ ਹੋਇਆ। ਜੇ ਅਸੀਂ ਮੈਜੋਰਟੀ ਕਰ ਲਈ, ਅੱਜ ਸਾਡੀਆਂ ਯੂਨੀਅਨ ਬਹੁਤ ਨੇ, ਕਿਸਾਨ ਯੂਨੀਅਨ, ਪਰ ਉਹ ਵਿੱਚੋਂ ਸਾਰਿਆਂ ਨੂੰ ਸਾਨੂੰ ਇਕੱਠੇ ਹੋਣਾ ਪਏਗਾ। ਜਿਹੜਾ ਉਹ ਧੌਣ ਦੇ ਵਿੱਚ ਸਾਡੇ ਕਿੱਲਾ ਉਹ ਕੱਢਣਾ ਪਵੇਗਾ। ਮਤਲਬ ਕਿ ਤੁਹਾਡੀ ਗੱਲ ਇਹ ਏਕਤਾ ਕਿ ਕਰਨੀ ਵੀ ਪਵੇਗੀ। ਦੁਸ਼ਮਣ ਸਾਡੇ ਉਹ ਮੈਚੋਰਟੀ 'ਚ ਨੇ ਤੇ ਅਸੀਂ ਮੈਚੋਰਟੀ 'ਚ ਨਹੀਂ ਹੋ ਰਹੇ। ਬਿਲਕੁਲ। ਬਲਕਿ ਤੁਹਾਡੀ ਸਿੱਧੇ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਵੀ ਇਕੱਠੇ ਹੋਣਾ ਚਾਹੀਦਾ। ਬਿਲਕੁਲ ਜੀ, ਅਸੀਂ ਸਾਰੇ ਖਿੰਡੇ ਹੋਏ ਹਾਂ, ਯੂਨੀਅਨ ਬੜੀਆਂ ਬਣੀਆਂ ਨੇ। ਇਹ ਜਿੰਨੇ ਪੋਲੀਟੀਕਲ ਪਾਰਟੀਆਂ ਨੇ, ਮੈਨੂੰ ਲੱਗਦਾ ਵੀ ਇੱਕ ਯੂਨੀਅਨ ਤੇ ਉਹਨਾਂ ਦੀ ਵੀ ਹੋਣੀ ਹੈ। ਜੇ ਮੰਨ ਲਓ ਵੀ 170 ਯੂਨੀਅਨ ਨੇ ਪੰਜਾਬ ਦੇ ਵਿੱਚ, ਵੱਡੇ ਪੱਧਰ ਤੇ ਵੀ 34-35 ਨੇ, ਤੇ ਜੇ ਵੱਡੀਆਂ ਪਾਰਟੀਆਂ 3-4 ਨੇ ਤੇ ਮੈਨੂੰ ਲੱਗਦਾ ਵੀ ਇੱਕ ਯੂਨੀਅਨ ਤੇ ਉਹਨਾਂ ਦੀ ਵੀ ਹੈ। ਬਿਲਕੁਲ। ਹੁਣ ਵੇਖੋ, ਜਿੱਦਣ ਕਿਸਾਨ ਯੂਨੀਅਨ ਸੱਦਾ ਦਿੰਦੀ ਏ ਵੀ ਆਪਾਂ ਇਸ ਦਿਨ ਕਿਸਾਨ ਵੀਰੋ ਇਕੱਠੇ ਹੋਣਾ ਹੈ, ਤੇ ਉਦੋਂ ਹੀ ਪੋਲੀਟੀਕਲ ਬੰਦੇ ਵੀ ਆਪਣੀ ਉਹ ਰੱਖ ਲੈਂਦੇ ਨੇ, ਚੱਕਾ ਜਾਮ ਕਰ ਦਿੰਦੇ ਨੇ, ਕੋਈ ਉਹ ਵੀ ਉਸੇ ਦਿਨ ਹੀ ਉਹ ਰੱਖ ਲੈਂਦੇ ਨੇ। ਨਹੀਂ ਠੀਕ ਹੈ, ਤੁਹਾਡੀ ਗੱਲ ਕਰਦੇ ਨੇ, ਪਰ ਪੋਲੀਟੀਕਲ ਬੰਦੇ ਜੇਕਰ ਦੇਖਿਆ ਜਾਵੇ ਉਹ ਵੀ ਤੇ ਕਿਸਾਨਾਂ ਦੇ ਹੱਕ 'ਚ ਕਰ ਰਹੇ ਨੇ ਕਿ ਨਹੀਂ? ਵੇਖੋ ਜੀ, ਉਹ ਤੇ ਸਾਰੇ ਆਪੋ ਆਪਣੀ ਸੱਤਾ ਨੂੰ ਚਮਕਾਉਣ ਤੇ ਲੱਗੇ ਨੇ, ਉਹ ਸ਼ੋਸ਼ਣ ਕਰ ਰਹੇ ਨੇ। ਮੈਂ ਤੇ ਵੇਖਣਾ ਵੀ ਹਰੇਕ ਬੰਦਾ ਨਾ ਕਿਸੇ ਦੁੱਖ ਦੇ ਵਿੱਚ ਵੀ ਆਪਣਾ ਸਵਾਰਥ ਲੱਭਦਾ ਹੈ। ਕਰੋਨਾ ਦੇ ਵਿੱਚ ਵੀ ਲੋਕਾਂ ਨੇ ਆਪਣਾ ਸਵਾਰਥ ਲੱਭਿਆ, ਪੋਲੀਟੀਕਲ ਬੰਦਿਆਂ ਨੇ ਵੀ ਲੱਭਿਆ। ਜੇ ਉਹਨਾਂ ਨੇ ਵੇਖੋ ਕਰੋਨਾ ਦੀ ਆੜ ਦੇ ਵਿੱਚ ਰੇਲਵੇ ਲਾਈਨਸ ਵੀ ਦੇਸ਼ ਦੇ ਠੇਕੇਦਾਰਾਂ ਨੇ ਉਹ ਵੀ ਠੇਕੇ ਤੇ ਦੇਤੀਆਂ, ਏਅਰਲਾਈਨਸ ਦੇਤੀਆਂ। ਜੇ ਕਿਸਾਨੀ ਬੜਾ ਕੁਝ ਉਹਨਾਂ ਵੇਚਿਆ ਕਰੋਨਾ ਦੀ ਆੜ ਦੇ ਵਿੱਚ। ਤੇ ਪੋਲੀਟੀਕਲ ਬੰਦੇ ਹਮੇਸ਼ਾ ਐਵੇਂ ਕਰਦੇ ਆਏ ਨੇ, ਉਹ ਕਿਸੇ ਨਾ ਕਿਸੇ ਦੀ ਆੜ ਦੇ ਵਿੱਚ ਆਪਣਾ ਸਵਾਰਥ ਲੱਭਦੇ ਨੇ। ਹੁਣ ਵੇਖੋ, ਬੜੇ ਜਾਣੇ ਕਹਿ ਰਹੇ ਨੇ ਜੀ ਕੁਰਬਾਨੀ ਕੁਰਬਾਨੀ। ਮੈਂ ਤਾਂ ਕੁਰਬਾਨੀ ਹੁੰਦੀ ਪਹਿਲੀਆਂ 'ਚ ਦਿੱਤੀ ਜਾਂਦੀ, ਜਦੋਂ ਬਿੱਲ ਆਇਆ ਸੀ। ਵੇਖੋ ਰਿੜਕਦਿਆਂ ਨੂੰ ਘੱਟੋ ਘੱਟ ਵੀ 2-3 ਸਾਲ 4 ਹੋ ਗਏ ਨੇ। ਬਿਲਕੁਲ ਬਿਲਕੁਲ। ਸਾਈਨ ਬਿੱਲ ਬਣ ਗਿਆ, ਤੁਸੀਂ ਸਹਿਮਤੀ ਦੇਤੀ, ਜਦੋਂ ਲੋਕ ਸਭਾ 'ਚ ਪਾਸ ਹੋ ਗਿਆ, ਰਾਜ ਸਭਾ 'ਚ ਪਾਸ ਹੋ ਗਿਆ, ਕੇਵਲ ਰਾਸ਼ਟਰਪਤੀ ਦੇ ਸਾਈਨ ਰਹਿੰਦੇ ਸੀ, ਉਦੋਂ ਅਸੀਂ ਕਹਿ ਦਿੱਤਾ ਜੀ ਕੁਰਬਾਨੀ ਹੈ। ਕੁਰਬਾਨੀ ਪਹਿਲੀਆਂ 'ਚ ਹੁੰਦੀ, ਕੁਰਬਾਨੀ ਵੀਰ ਜੀ ਬਾਅਦ 'ਚ ਨਹੀਂ ਹੁੰਦੀ। ਲੋਕ ਸਿਆਣੇ ਹੋ ਗਏ ਨੇ, ਲੋਕ ਜਾਗਰੂਕ ਹੋ ਗਏ ਨੇ। ਪਰ ਇਹ ਹੈ ਵੀ ਮੈਂ ਇਹ ਕਹਿੰਦਾ ਵੀ ਜਿੰਨੇ ਵੀ ਪੋਲੀਟੀਕਲ ਬੰਦੇ ਨੇ, ਉਹਨਾਂ ਨੇ ਵੀ ਪੰਜਾਬ ਦਾ ਖਾਧਾ ਹੈ। ਪੰਜਾਬ ਦੇ ਉਹ ਕਿਸਾਨ ਨੇ, ਮੇਰੇ ਵੀਰ ਜਿੰਨੇ ਵੀ ਪੋਲੀਟੀਕਲ ਵੀਰ ਨੇ, ਸਾਰੇ ਪੰਜਾਬ ਦੇ ਨੇ। ਖੇਤੀ ਦੇ ਨਾਲ ਉਹਨਾਂ ਸੰਬੰਧ ਦੇ, ਦਾਦੇ ਪੜਦਾਦਿਆਂ ਦਾ ਕਿਤੇ ਨਾ ਕਿਤੇ ਖੇਤੀ ਦੇ ਨਾਲ ਉਹਨਾਂ ਦਾ ਬੜਾ ਡੂੰਘਾ ਵਾਸਤਾ ਹੈ। ਬਿਲਕੁਲ। ਇਹ ਜਿੰਨੀ ਦੇਰ ਸਾਰੇ ਇਕੱਠੇ ਨਹੀਂ ਹੁੰਦੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਹੋਣਗੇ, ਜੇ ਇਹ ਸੱਚਮੁੱਚ ਕਹਿੰਦੇ ਨੇ ਵੀ ਅਸੀਂ ਕਿਸਾਨ ਦੇ ਹਿੱਤਾਂ ਦੀ ਗੱਲ ਕਰਦੇ ਹਾਂ, ਅਸੀਂ ਕਿਸਾਨਾਂ ਦੇ ਪੁੱਤ ਹਾਂ। ਵੇਖੋ, ਬੜੀ ਚੰਗੀ ਗੱਲ ਲੱਗੀ ਜਿੰਨੇ ਵੀ ਮੇਰੇ ਨੌਜਵਾਨ ਵੀਰ ਜਿਹੜੇ ਮੰਨ ਲਓ ਸਮਾਜ ਸੇਵੀ ਸਨ, ਲੱਖੇ ਸਿਧਾਣੇ ਵਰਗੇ, ਜਾਂ ਜਿੰਨੇ ਵੀ ਆਪਣਾ ਕਲਾਕਾਰ, ਅਦਾਕਾਰ, ਸਾਰੇ ਇੱਕ ਪਲੇਟਫਾਰਮ 'ਤੇ, ਇੱਕ ਮੰਚ 'ਤੇ ਇਕੱਠੇ ਹੋਏ ਨੇ। ਔਰ ਉਹਨਾਂ ਨੇ ਕਿਹਾ ਵੀ ਸਾਡਾ ਰਾਜਨੀਤਿਕ ਬੰਦਿਆਂ ਤੋਂ ਵਿਸ਼ਵਾਸ ਉੱਠ ਚੁੱਕਾ ਹੈ, ਅਸੀਂ ਹੁਣ ਕੇਵਲ ਤੇ ਕੇਵਲ ਤੁਹਾਡੇ 'ਤੇ ਵਿਸ਼ਵਾਸ ਰੱਖਦੇ ਹਾਂ। ਤੇ ਜਿੰਨੀਆਂ ਯੂਨੀਅਨ ਨੇ, ਮੈਂ ਇਹੋ ਕਹਿਣਾ ਵੀ ਉਹ ਆਪਣਾ ਉਹ ਕਿੱਲਾ ਗਲੇ ਦੇ ਵਿੱਚੋਂ ਕੱਢ ਕੇ ਇੱਕ ਦੂਜੇ ਦੇ ਨਾਲ ਇਕੱਠੇ ਹੋਣ, ਆਪਣਾ ਇੱਕ ਆਗੂ ਚੁਣਨ, ਉਹਦੀ ਅਗਵਾਈ ਦੇ ਵਿੱਚ। ਇਹਨਾਂ ਦੇ ਨਾਲ ਸਾਰਾ ਯੂਥ ਹੈ, ਸਾਰੇ ਕਲਾਕਾਰ ਨੇ, ਸਾਰੇ ਜਿਤਨੇ ਵੀ ਧਾਰਮਿਕ ਸ਼ਖਸੀਅਤਾਂ ਇਹਨਾਂ ਦੇ ਨਾਲ ਨੇ। ਪਰ ਇਹ ਆ ਵੀ ਇਹ ਅਸੀਂ ਚਾਹੁੰਦੇ ਵੀ ਅਗਵਾਈ ਕਰਨ ਸਾਡੀ। ਬਿਲਕੁਲ। ਉਹਨਾਂ ਦੇ ਮੋਢਿਆਂ 'ਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਪਰ ਇਹ ਮੈਂ ਹਮੇਸ਼ਾ ਵੇਖਣਾ ਵੀ ਸੰਗਤ ਵੱਲੋਂ ਕਦੀ ਵੀ ਨਿਰਾਸ਼ਤਾ ਨਹੀਂ ਮਿਲੀ, ਕਿਸਾਨਾਂ ਵੱਲੋਂ ਨਿਰਾਸ਼ਤਾ ਨਹੀਂ ਮਿਲੀ। ਜਦੋਂ ਵੀ ਮਿਲੀ ਹੈ ਸਾਨੂੰ ਸਾਡੇ ਆਗੂਆਂ ਵੱਲੋਂ ਮਿਲੀ ਹੈ, ਭਾਵੇਂ ਉਹ ਧਰਮ ਦੇ ਠੇਕੇਦਾਰ ਨੇ, ਭਾਵੇਂ ਉਹ ਦੇਸ਼ ਦੇ ਠੇਕੇਦਾਰ ਨੇ। ਮੈਂ ਇਹੀ ਗੱਲ ਕਰਨ ਲੱਗਾ ਸੀ, ਪੰਜਾਬ ਦੇ 12,600 ਕੁਛ ਪਿੰਡ ਨੇ, ਤੇ ਜੇਕਰ ਅੰਕੜਿਆਂ ਨੂੰ ਵੇਖਿਆ ਜਾਵੇ ਤੇ ਪੰਜਾਬ ਦੇ ਵਿੱਚ 14-15 ਡੇਰੇ ਨੇ। ਪਿੰਡਾਂ ਤੋਂ ਵੀ ਵੱਧ ਡੇਰੇ ਨੇ। ਇੰਨੇ ਡੇਰੇ ਨੇ, ਇੰਨੇ ਬਾਬੇ ਨੇ ਜਿਹੜੇ ਕਿਸਾਨਾਂ ਦੇ ਕੋਲੋਂ ਆਉਂਦੇ ਨੇ ਗਰਾਈਆਂ ਲੈਣ ਵਾਸਤੇ, ਔਰ ਵੱਡੇ ਵੱਡੇ ਆਲੀਸ਼ਾਨ ਡੇਰੇ ਵੀ ਬਣਾਏ ਹੋਏ ਨੇ ਉਹਨਾਂ ਨੇ। ਸਾਡੀ ਸਭ ਤੋਂ ਸਿਰਮੌਰ ਜਥੇਬੰਦੀ ਸਿੱਖ ਕੌਮ ਦੀ ਜਿਹੜੀ ਮੰਨੀ ਜਾਂਦੀ ਆ, SGPC, ਉਹਨੇ ਵੀ ਸਿਰਫ ਬਿਆਨਾਂ ਤੋਂ ਇਲਾਵਾ ਹਜੇ ਤੱਕ ਕਿਸਾਨੀ ਨੂੰ ਲੈ ਕੇ, ਕਿਸਾਨੀ ਮੁੱਦੇ ਨੂੰ ਲੈ ਕੇ ਕੋਈ ਖਾਸ ਗੱਲਬਾਤ ਨਹੀਂ ਕੀਤੀ, ਤੇ ਨਾ ਹੀ ਕਿਸੇ ਬਾਬੇ ਨੇ ਕੀਤੀ।
ਕਿਸ ਨਜ਼ਰੀਏ ਨਾਲ ਦੇਖਦੇ ਹੋ ਇਹਨਾਂ ਨੂੰ? ਕੀ ਕਿਸਾਨਾਂ ਨੂੰ ਇਹਨਾਂ ਦਾ ਵੀ ਬਾਈਕਾਟ ਕਰਨਾ ਚਾਹੀਦਾ ਜਾਂ ਨਹੀਂ? ਬਿਲਕੁਲ ਬਿਲਕੁਲ ਜੀ, ਇਹ ਜਦੋਂ ਸਮਾਂ ਆਵੇ ਰਾਜਨੀਤਿਕ ਬੰਦਿਆਂ ਨੂੰ ਜਵਾਬ ਦੇਣ ਦਾ, ਉਦੋਂ ਇਹ ਉਹਨਾਂ ਨੂੰ ਦੇਣ। ਤੇ ਜਦੋਂ ਬਾਬੇ ਜਿਹੜੇ ਤੇ ਮਤਲਬ ਇਹ ਮੋਰਚਿਆਂ ਦਾ ਹਿੱਸਾ ਬਣਦੇ ਨੇ, ਜਿਹੜੇ ਲੰਗਰ ਪ੍ਰਸ਼ਾਦਾ ਲੈ ਕੇ ਆ ਰਹੇ ਨੇ, ਉਹਨਾਂ ਦਾ ਸਤਿਕਾਰ ਹੈ, ਉਹਨਾਂ ਦਾ ਧੰਨਵਾਦ ਹੈ। ਤੇ ਜਿਹੜੇ ਨਹੀਂ ਆ ਰਹੇ, ਕੇਵਲ ਬੋਰੀਆਂ ਲੈ ਕੇ ਆਉਂਦੇ ਨੇ, ਤੇ ਬੋਰੀਆਂ ਵੀ ਮੈਂ ਤੇ ਹੈਰਾਨ ਰਹਿ ਜਾਂਦਾ ਵੀ ਪਤਾ ਨਹੀਂ ਇਹਨਾਂ ਦਾ ਬਾਰਦਾਨਾ ਕਿੱਥੋਂ ਤਿਆਰ ਹੁੰਦਾ। ਉਹਨਾਂ ਦੀਆਂ ਬੋਰੀਆਂ ਸਾਡੀ ਆਮ ਮੰਡੀ ਦੀ ਬੋਰੀਆਂ ਦੋ ਗੁਣਾ ਹੁੰਦੀ ਹੈ ਜੀ, ਉਹ ਕੁਆਂਟਲ ਦੀ ਬੋਰੀ ਹੁੰਦੀ ਹੈ। ਪਰ ਅੱਜ ਉਹਨਾਂ ਦਾ ਫਰਜ਼ ਬਣਦਾ ਸੀ ਵੀ ਅੱਜ ਉਹਨਾਂ ਦਾ ਸਾਥ ਦਿੰਦੇ, ਕਿਉਂਕਿ ਉਹ ਕਿਸਾਨਾਂ ਤੋਂ ਗਰਾਈ ਲੈ ਰਹੇ ਨੇ। ਜੇ ਲੰਗਰ 24 ਘੰਟੇ ਚੱਲਦੇ ਨੇ ਤੇ ਇਹ ਉਹ ਸੰਗਤ ਦੇ ਸਹਿਯੋਗ ਦੇ ਨਾਲ ਚੱਲਦੇ ਨੇ, ਕਿਸਾਨਾਂ ਦੇ ਸਹਿਯੋਗ ਦੇ ਨਾਲ ਚੱਲਦੇ ਨੇ। ਤੇ ਕਿਸਾਨ ਦਾ ਵੀ ਅੱਜ ਉਹਦਾ ਸਾਥ ਦੇਣਾ ਸਾਡਾ ਫਰਜ਼ ਬਣਦਾ ਸੀ। ਅੱਜ ਕਿਸਾਨ ਦਾ ਕਤਲ ਹੋ ਰਿਹਾ। ਕਿਸਾਨ ਅੱਜ ਵੇਖੋ ਰੇਲਵੇ ਲਾਈਨ ਦੇ ਉੱਪਰ, ਪਟੜੀ ਦੇ ਉੱਪਰ ਸਿਰ ਰੱਖ ਕੇ ਬੈਠਾ ਹੈ, ਅੱਜ ਸੜਕਾਂ 'ਤੇ ਬੈਠਾ ਹੈ। ਮੈਂ ਤੇ ਹੈਰਾਨ ਹੁੰਦਾ ਵੀਰ ਜੀ, ਦੁਨੀਆ ਦੇ ਵਿੱਚ ਕੋਈ ਵੀ ਪ੍ਰੋਡਕਟ ਹੈ ਨਾ, ਉਹ ਅਸੀਂ ਜਦੋਂ ਵੀ ਮਾਰਕੀਟ ਦੇ ਅੰਦਰ ਲੈਣ ਜਾਂਦੇ ਹਾਂ, ਛੋਟੀ ਦੁਕਾਨ ਤੇ ਵੱਡੀ ਦੁਕਾਨ, ਮਾਲ ਦੇ ਵਿੱਚ ਲੈਣ ਜਾਂਦੇ ਹਾਂ, ਅਸੀਂ ਉਹਨੂੰ ਪੁੱਛਦੇ ਵੀ ਇਹਦਾ ਪ੍ਰਾਈਸ ਕੀ ਹੈ। ਉਹ ਪ੍ਰਾਈਸ ਉਹ ਆਪ ਲਿਖਦਾ ਹੈ ਵੀ ਇੰਨੇ ਮੈਨੂੰ ਖਰਚੇ ਪਏ ਆ, ਲੈਬ ਦੇ ਖਰਚੇ ਪਏ ਆ, ਦੁਕਾਨ ਦੇ ਖਰਚੇ ਪਏ ਆ, ਮੈਂ ਬੰਦੇ ਰੱਖੇ ਉਹਨਾਂ ਦੇ ਖਰਚੇ ਆ, ਸ਼ੋਰੂਮ ਦੇ ਖਰਚੇ ਆ, ਏਸੀ ਦੇ ਖਰਚੇ ਪਾ ਕੇ, ਮੰਨ ਲਓ ਕੱਪੜੇ ਵਾਲੀ ਦੁਕਾਨ ਹੈ, ਉਹ ਸਾਰੇ ਖਰਚੇ ਪਾ ਕੇ ਉਹ ਸੂਟ ਦਾ ਰੇਟ ਤੈਅ ਕਰਦਾ। ਕਹਿੰਦਾ ਵੀ ਇੰਨੇ 'ਚ ਮੈਨੂੰ ਵਾਰਾ ਖਾਂਦਾ, ਇੰਨਾ ਮੇਰਾ ਮਾਰਜਨ ਹੈ। ਬਿਲਕੁਲ ਇਵੇਂ ਨਾ, ਇਦਾਂ ਹੀ ਸਮਾਨ ਉਹਦਾ ਹੈ ਤੇ ਉਹਦਾ ਭਾਅ ਹੈ। ਬਿਲਕੁਲ। ਪਰ ਵੇਖੋ, ਮੈਂ ਤੇ ਹੈਰਾਨ ਹਾਂ ਵੀ ਇੱਕ ਜ਼ਿਮੀਂਦਾਰ ਕਿਸਾਨ ਇੱਕ ਇਹੋ ਜਿਹਾ ਹੈ ਵੀ ਇਹਦੀ ਫਸਲ ਦਾ ਭਾਅ ਦੂਜਾ, ਇਹਦੇ ਸੌਦੇ ਦਾ ਰੇਟ ਕੋਈ ਦੂਜਾ ਤੈਅ ਕਰਦਾ, ਕਹਿੰਦਾ ਵੀ ਇੰਨਾ ਹੈ। ਦੋ ਫਸਲਾਂ ਦਾ ਰੇਟ ਸੀ ਜਿਹੜਾ ਸਰਕਾਰ ਨੇ ਨਿਸ਼ਚਿਤ ਕੀਤਾ ਸੀ, ਅੱਜ ਸਰਕਾਰ ਉਹਦੇ ਤੋਂ ਵੀ ਬਾਗੀ ਹੋ ਰਹੀ ਹੈ। ਬਿਲਕੁਲ। ਤੇ ਬੀਜਣ ਨੂੰ ਤੇ ਬੜਾ ਕੁਝ ਬੀਜਿਆ ਜਾ ਸਕਦਾ, ਜਿਵੇਂ ਤੁਸੀਂ ਦੱਸ ਰਹੇ ਹੋ, ਆਲੂ ਸੜਕਾਂ 'ਤੇ ਸੁੱਟਣਾ ਪੈਂਦਾ। ਹੁਣ ਜ਼ਿਮੀਂਦਾਰ ਦਾ ਆਲੂ 2 ਰੁਪਏ ਨਹੀਂ ਵਿਕਦਾ, ਵੱਡੇ ਵੱਡੇ ਉਦਯੋਗਪਤੀਆਂ ਦਾ ਇੱਕ ਆਲੂ ਉਹ 20 ਰੁਪਏ ਦਾ ਲੇਸ ਦਾ ਪੈਕਟ ਵਿਕ ਰਿਹਾ। ਬਿਲਕੁਲ। ਇਹ ਜਿਹੜਾ ਜ਼ਿਮੀਂਦਾਰ ਪ੍ਰਥਾ ਖਤਮ ਕਰਕੇ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ, ਇਹ ਉਹ ਦੁਬਾਰਾ ਹਿਸਟਰੀ ਨੂੰ ਦੁਹਰਾਇਆ ਜਾ ਰਿਹਾ। ਸਾਡੇ ਤੋਂ ਖੋਹ ਕੇ ਫਿਰ ਇਹ ਜ਼ਿਮੀਂਦਾਰ ਪ੍ਰਥਾ ਉਦਯੋਗਪਤੀਆਂ ਦੇ, ਵੱਡੇ ਵੱਡੇ ਘਰਾਣਿਆਂ ਦੇ ਕੋਲ ਇਹ ਫਿਰ ਮਤਲਬ ਸੌਂਪੀ ਜਾ ਰਹੀ ਹੈ ਵੀ ਅਸੀਂ ਫਿਰ ਮਜ਼ਦੂਰਾਂ ਵਾਂਗੂ ਉਹਦੇ ਵਿੱਚ ਕੰਮ ਕਰੀਏ। ਅਖੀਰ ਦੇ ਉੱਤੇ ਤੁਸੀਂ ਗੱਲ ਆਗੂਆਂ ਨੂੰ ਕਹਿ ਦਿੱਤੀ, ਆਪਾਂ ਬਾਬਿਆਂ ਦੇ ਬਾਰੇ ਵੀ ਗੱਲ ਕਰ ਲਈ। ਆਮ ਕਿਸਾਨ ਅਜੇ ਵੀ ਕਾਫੀ ਕਿਸਾਨ ਨੇ ਜਿਹੜੇ ਘਰਾਂ ਚੋਂ ਬਾਹਰ ਨਹੀਂ ਨਿਕਲੇ, ਘਰਾਂ ਦੇ ਵਿੱਚ ਨੇ, ਵੱਡੀ ਗਿਣਤੀ 'ਚ ਕਿਸਾਨ ਇਹੋ ਜਿਹੇ ਨੇ ਜਿਹੜੇ ਘਰਾਂ ਚੋਂ ਬਾਹਰ ਨਹੀਂ ਨਿਕਲੇ, ਜਾਂ ਨੌਜਵਾਨ ਜਿਹੜੇ ਨੇ ਜਿਹੜੇ ਕਲਾਕਾਰਾਂ ਪਿੱਛੇ ਹੀ ਲੜ ਰਹੇ ਨੇ। ਅਜੇ ਵੀ ਐਡੇ ਵੱਡੇ ਮੁੱਦੇ ਪੰਜਾਬ ਦੇ ਵਿੱਚ ਇਤਿਹਾਸਕ ਮੁੱਦਾ ਚੱਲ ਰਿਹਾ ਹੋਵੇ, ਇੱਕ ਜਿਵੇਂ ਕਹਿ ਦਈਏ ਇਹਨੂੰ ਕਿ ਜਾਨ ਦਾ ਮੁੱਦਾ ਵਾ, ਜਾਨ ਤੇ ਮਰਨ ਦਾ ਮੁੱਦਾ, ਜੀਨ ਮਿਰਨੀ ਇਹਦੇ ਨਾਲ। ਜੇਕਰ ਕਿਸਾਨੀ ਖਤਮ ਹੋ ਗਈ ਤੇ ਸਮਝ ਲਓ ਕਿ ਸਾਰਾ ਪੰਜਾਬ ਖਤਮ ਆ। ਪਰ ਅਜੇ ਵੀ ਕਾਫੀ ਨੌਜਵਾਨ ਜਿਹੜੇ ਨੇ ਉਹ ਗਾਇਕਾਂ ਪਿੱਛੇ ਲੜ ਰਹੇ ਨੇ, ਕੁਛ ਘਰਾਂ 'ਚ ਬੈਠੇ ਨੇ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਖੀਰ 'ਤੇ? ਵੀ ਆਹ ਸਮਾਂ, ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਇਹ ਸਮਾਂ ਲੜਨ ਦਾ ਨਹੀਂ, ਇਹ ਇਕੱਠੇ ਹੋਣ ਦਾ ਹੈ। ਮਤਭੇਦ ਹਰੇਕ 'ਚ ਹੁੰਦੇ ਨੇ, ਇਹ ਕੋਈ ਵੱਡੀ ਗੱਲ ਨਹੀਂ। ਦੁਬਿਧਾ ਪੈ ਜਾਂਦੀ, ਗੁਰੂ ਸਾਹਿਬ ਨੇ ਵੀ ਕਿਹਾ ਵੀ ਦੁਬਿਧਾ ਦੂਰ ਕਰੋ ਲਿਵਲਾਏ, ਵੀ ਭਰਾਵਾਂ ਦੇ ਵਿੱਚ ਵੀ ਮਤਭੇਦ ਹੋ ਜਾਂਦੇ ਨੇ, ਦੁਬਿਧਾ ਪੈ ਜਾਂਦੀ ਹੈ। ਵੀ ਅੱਜ ਸਮਾਂ ਦੁਬਿਧਾ ਦੂਰ ਕਰਕੇ ਇਕੱਠੇ ਬਹਿ ਕੇ ਇੱਕ ਮੰਚ 'ਤੇ ਇਕੱਠੇ ਹੋਣ ਦਾ, ਅੱਜ ਲੜਨ ਦਾ ਨਹੀਂ, ਅੱਜ ਕਲਾਕਾਰਾਂ ਦੇ ਕਿੰਤੂ ਪਰੰਤੂ ਕਰਨ ਦਾ ਨਹੀਂ, ਅੱਜ ਪੋਲੀਟੀਕਲ ਬੰਦਿਆਂ ਦੇ ਮਗਰ ਭੱਜਣ ਦਾ ਨਹੀਂ। ਵੇਖੋ ਜੀ, ਉਹ ਤਾਂ ਆਪਣੀਆਂ ਰੋਟੀਆਂ ਸੇਕਦੇ ਨੇ। ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ, ਉਹਨਾਂ ਨੂੰ ਤੁਹਾਡੇ ਨਾਲ ਕੋਈ ਨਹੀਂ ਗਾ ਵਾਹ ਵਾਸਤਾ। ਇਹ ਤੇ ਤੁਹਾਨੂੰ ਆਪਣੇ ਹਿੱਤਾਂ ਦੀ ਰਾਖੀ ਕਰਨੀ ਪਵੇਗੀ, ਆਪਣਾ ਫਰਜ਼ ਪਹਿਚਾਨਣਾ ਪਵੇਗਾ। ਇਹ ਹਿਸਟਰੀ ਬਣਦੀ, ਵੇਖੋ ਜੀ, ਇਹ ਦੋ ਬੰਦਿਆਂ ਦੀ ਹਿਸਟਰੀ ਬਣਦੀ ਏ। ਇੱਕ ਤੇ ਉਹ ਹਾਕਮਾਂ ਦੀ ਜਿਨ੍ਹਾਂ ਨੇ ਜ਼ੁਲਮ ਢਾਇਆ ਹੈ, ਤੇ ਇੱਕ ਉਹਨਾਂ ਦੀ ਜਿਨ੍ਹਾਂ ਨੇ ਜ਼ੁਲਮ ਦਾ ਮੁਕਾਬਲਾ ਕੀਤਾ, ਹਾਂ ਦਾ ਨਾਰਾ ਮਾਰਿਆ। ਨਵਾਬ ਸ਼ੇਰ ਖਾਨ ਨੇ ਹਾਂ ਦਾ ਨਾਰਾ ਮਾਰਿਆ, ਉਹਦੇ ਹਾਂ ਦੇ ਨਾਰੇ ਸ਼ਹਾਦਤ ਰੁਕੀ ਨਹੀਂ, ਸ਼ਹਾਦਤ ਫਿਰ ਵੀ ਹੋਈ ਹੈ। ਪਰ ਅੱਜ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਉਹਦਾ ਨਾਂ ਹੈ ਵੀ ਘੱਟੋ ਘੱਟ ਉਹਨੇ ਸਰਹੰਦ ਦੇ ਨਵਾਬ ਨੂੰ ਇਹ ਗੱਲ ਤੇ ਕਹੀ ਨਹੀਂ ਵੀ ਤੂੰ ਗਲਤ ਕਰ ਰਿਹਾ। ਇਹ ਸ਼ਰਅ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਵੀ ਕਸੂਰ ਪਿਤਾ ਦਾ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ, ਨੀਹਾਂ ਦੇ ਵਿੱਚ ਚਿਣਿਆ ਜਾਏ, ਇੱਥੇ ਤੂੰ ਗਲਤ ਹੈ। ਉਹਦੇ ਵਿੱਚ ਦੇ ਵਿੱਚ ਮਲੇਰਕੋਟਲਾ ਵੀ ਬਚਿਆ ਰਿਹਾ ਹਮੇਸ਼ਾ ਹੀ। ਬਿਲਕੁਲ ਜੀ, ਹਿਸਟਰੀ ਉਹਨਾਂ ਦੀ ਬਣਦੀ ਹੈ ਵੀ ਜਾਂ ਤੇ ਜਿਨ੍ਹਾਂ ਨੇ ਅੱਜ ਸੜਕ 'ਤੇ ਆਏ, ਵੇਖੋ ਜਿਹੜੇ ਅੱਜ ਰੇਲਵੇ ਪਟੜੀ 'ਤੇ ਬੈਠੇ ਨੇ, ਜਿਹੜੇ ਅੱਜ ਉਹਨਾਂ ਦੀ ਅਗਵਾਈ ਕਰਦੇ ਨੇ, ਇਹਨਾਂ ਦਾ ਨਾਂ ਹਿਸਟਰੀ ਦੇ ਵਿੱਚ ਚਮਕੇਗਾ। ਤੇ ਜਿਹੜੇ ਜਿਨ੍ਹਾਂ ਨੇ ਬਿੱਲ ਪਾਸ ਕੀਤੇ, ਜਿਨ੍ਹਾਂ ਨੇ ਖੇਖਣ ਕੀਤੇ ਸਾਰੇ ਵੀ ਅਸੀਂ ਪਹਿਲਾਂ ਵਿੱਚ ਸੀ ਸ਼ਿਰਕਤ ਕੀਤੀ, ਬਾਅਦ 'ਚ ਪੱਲਾ ਝਾੜ ਕੇ ਬਾਹਰ ਆ ਗਏ, ਲੋਕ ਸਭ ਨੂੰ ਜਾਣਦੇ ਨੇ। ਬਿਲਕੁਲ। ਪਰ ਆਹ ਜਦੋਂ ਵੀ ਪੰਜਾਬ ਦੀ 2020 ਦੀ ਹਿਸਟਰੀ ਲਿਖੀ ਜਾਏਗੀ ਨਾ, ਇਹ ਇਹੋ ਜਿਹੀ ਹਿਸਟਰੀ ਲਿਖੀ ਜਾਏਗੀ ਵੀ ਉਸ ਵੇਲੇ ਦੇ ਜਿਹੜੇ ਧਰਮ ਦੇ ਠੇਕੇਦਾਰ ਸਨ, ਉਹਨਾਂ ਨੇ ਧਰਮ ਵੇਚਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਵਰੂਪ ਵੇਚਦੇ ਧਰਮ ਦੇ ਠੇਕੇਦਾਰਾਂ ਨੇ। ਬਿਲਕੁਲ। ਤੇ ਦੇਸ਼ ਦੇ ਠੇਕੇਦਾਰਾਂ ਨੇ
ਕਰੋਨਾ ਦੀ ਆੜ ਦੇ ਵਿੱਚ ਦੇਸ਼ ਵੇਚਤਾ, ਰੇਲਵੇ ਲਾਈਨਜ਼ ਵੇਚਤੀਆਂ, ਕਿਸਾਨ ਵੇਚਤਾ, ਰੇਲਵੇ ਲਾਈਨਜ਼ ਵੇਚਤੀਆਂ, ਹੋਰ ਪਤਾ ਨਹੀਂ ਕਿੰਨੇ ਕੁ ਧਰਮ ਦੇ ਮੰਦਰ ਢਾਤੇ, ਗੁਰਦੁਆਰੇ ਢਾਤੇ, ਕਿੰਨੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਗੁਰਦੁਆਰੇ ਵੀ ਢਾਏ, ਕਿੰਨੇ ਮਤਲਬ ਉਹਨਾਂ ਕਾਨੂੰਨ ਤੋੜ ਦਿੱਤੇ। ਧਰਮ ਦੇ ਠੇਕੇਦਾਰਾਂ ਨੇ ਧਰਮ ਨੂੰ ਵੇਚਿਆ ਤੇ ਦੇਸ਼ ਦੇ ਠੇਕੇਦਾਰਾਂ ਨੇ ਦੇਸ਼ ਨੂੰ ਵੇਚਿਆ। ਇਹ 2020 ਦੀ ਹਿਸਟਰੀ ਲਿਖੀ ਜਾਏਗੀ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਸਾਰੀ ਗੱਲਬਾਤ ਵਿੱਚੋਂ ਜੋ ਨਿਕਲ ਕੇ ਸਾਹਮਣੇ ਆਇਆ ਉਹ ਸਪਸ਼ਟ ਆ ਕਿ ਜੇਕਰ ਜੰਮੂ ਕਸ਼ਮੀਰ ਦੇ ਵਿੱਚ ਬਿੱਲ ਤੋੜਿਆ ਜਾ ਸਕਦਾ ਵਾ, ਬਾਬਰੀ ਮਸਜਿਦ ਤੋੜੀ ਜਾ ਸਕਦੀ ਆ, ਹੋਰ ਵੱਡੇ ਵੱਡੇ ਕਾਨੂੰਨ ਤੋੜੇ ਜਾ ਸਕਦੇ ਆ, ਤੇ ਇਹ ਬਿੱਲ ਵੀ ਤੋੜਿਆ ਜਾ ਸਕਦਾ। ਪਰ ਉਹਦੇ ਲਈ ਇੱਕੋ ਹੀ ਗੱਲ ਜ਼ਰੂਰੀ ਆ, ਇੱਕੋ ਤੇ ਅਖੀਰਲੀ ਗੱਲ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ, ਇੱਕ ਮੰਚ ਤੇ ਇਕੱਠੇ ਹੋ ਕੇ ਲੜਨਾ ਪਊਗਾ, ਨਹੀਂ ਤੇ ਕਾਫੀ ਵੱਡਾ ਨੁਕਸਾਨ ਸਾਨੂੰ ਝੱਲਣਾ ਪੈ ਸਕਦਾ, ਜਿਹਦੇ ਨਾਲ ਪੰਜਾਬ ਦਾ ਇਤਿਹਾਸ ਬਹੁਤ ਜ਼ਿਆਦਾ ਡਰਾਵਨਾ ਹੋ ਸਕਦਾ ਵਾ। ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲੇ ਦਿਨ ਨੇ ਉਹ ਕਾਫੀ ਜਿਹੜੇ ਪੰਜਾਬ ਦੇ ਲਈ ਉਹ ਦਿੱਕਤ ਭਰੇ ਹੋ ਸਕਦੇ ਨੇ। ਇਸ ਲਈ ਸਾਨੂੰ ਅੱਜ ਸਭ ਤੋਂ ਵੱਡੀ ਲੋੜ ਜਿਹੜੀ ਆ ਉਹ ਸਮੇਂ ਦੀ ਲੋੜ ਇਹੀ ਆ ਕਿ ਅਸੀਂ ਇਕੱਠੇ ਹੋਈਏ, ਆਪਣੀਆਂ ਚੌਧਰਾਂ ਛੱਡ ਕੇ ਆਪਣੀਆਂ ਰਾਜਨੀਤਿਕ ਪਾਰਟੀਆਂ ਦੀਆਂ ਜਿਹੜੀਆਂ ਆਪਣੇ ਕਿੱਲੇ ਧੌਣਾਂ ਦੇ ਵਿੱਚ ਗੱਡੇ ਹੋਏ ਨੇ ਉਹ ਕੱਢ ਕੇ ਇਕੱਠੇ ਹੋ ਕੇ ਕਿਸਾਨ ਬਣ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਲੜੀਏ, ਤਾਂ ਜੋ ਇਹ ਬਿੱਲ ਵਾ ਜਿਹੜਾ ਇਹਦੇ ਖਿਲਾਫ ਆਪਾਂ ਲੜ ਸਕੀਏ ਤੇ ਜਿੱਤ ਪ੍ਰਾਪਤ ਕਰ ਸਕੀਏ। ਤਪਦਾ ਸੱਚ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ ਮਰਹਾਣਾ।